ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗੰਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹੂੰ ਕਰੀ ਬਖਿਆਨ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਪ੍ਰੇਮੀ ਜਨੋ, ਆਪ ਜੀ ਸਾਰੇ ਵਡਭਾਗੀ ਜੋ ਗੁਰਦਰਬਾਰ ਦੀ ਹਾਜ਼ਰੀ ਭਰਦਿਆਂ ਭਾਈ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਓ ਪਾਵਨ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਂਦੇ ਮਾਵਾਕਾਂ ਅਨੁਸਾਰ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਆਪਣੇ ਸੁਰਤ ਨੂੰ ਇਕਾਗਰ ਚਿੱਤ ਕਰੀਏ ਤੇ ਗੁਰੂ ਚਰਨਾਂ ਦੇ ਨਾਲ ਜੁੜਦਿਆਂ ਸਤਿਗੁਰਾਂ ਦੀ ਬਖਸ਼ੀ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ ਸੱਚੇ ਪਾਤਸ਼ਾਹ ਨਰੋਲ ਗੁਰਮਤਿ ਅਨੁਸਾਰ ਇਹ ਪਾਵਨ ਵਿਚਾਰ ਕਰਨ ਦੀ ਸੁਣਨ ਦੀ ਸੁਣ ਕੇ ਸਮਝ ਕੇ ਜੀਵਨ ਅੰਦਰ ਢਾਲਣ ਦੀ ਸਦਬੁੱਧੀ ਬਖਸ਼ੋ ਕਿ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ। ਤੇ ਗੁਰਮੁਖੋ ਆਪਣੇ ਵਿਚਾਰ ਚੱਲ ਰਹੀ ਸੀ ਜਪ ਬਾਣੀ ਦਾ ਪਹਿਲਾ ਸਵਾਲ ਕਿ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਕਿਵੇਂ ਸਚਿਆਰ ਹੋਈਏ ਤੇ ਕਿਵੇਂ ਕੂੜ ਦੀ ਪਾਲ ਟੁੱਟੇ। ਇਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਸਵਾਲ ਹੈ ਕਿ ਇੱਕ ਕਮਰੇ ਦੇ ਵਿੱਚ ਹਨੇਰਾ ਅੰਧੇਰਾ ਤੇ ਆਪਾਂ ਸਵਾਲ ਕਰੀਏ ਭਾਈ ਕਿਵੇਂ ਚਾਨਣ ਹੋਵੇ ਤੇ ਕਿਵੇਂ ਹਨੇਰਾ ਜਾਵੇ। ਗੱਲ 'ਚ ਪਕੜ 'ਚ ਆਵੇ। ਇੱਕ ਕਮਰੇ ਦੇ ਅੰਦਰ ਅੰਧੇਰਾ ਆ ਹਨੇਰਾ ਤੇ ਆਪਾਂ ਇਹ ਗੱਲ ਕਰੀਏ ਭਾਈ ਕਿਵੇਂ ਚਾਨਣ ਹੋਵੇ ਤੇ ਕਿਵੇਂ ਹਨੇਰਾ ਜਾਵੇ। ਗੱਲ ਇੱਕੋ ਹੀ ਆ ਕਿਉਂਕਿ ਗੁਰਮੁਖੋ ਜਿਵੇਂ ਦੀਵਾ ਜਗੇਗਾ ਜਿਵੇਂ ਦੀਵਾ ਜਗੇਗਾ ਅੱਜ ਦੀ ਤਰੀਕ 'ਚ ਆਪਾਂ ਬਲਬ ਟਿਊਬਲਾਈਟ ਜਿਵੇਂ ਸਵਿਚ ਦਬਾਵਾਂਗੇ ਔਰ ਉਹ ਜਿਵੇਂ ਬਲਬ ਜਗੇਗਾ ਉਵੇਂ ਹੀ ਪ੍ਰਕਾਸ਼ ਹੋ ਜਾਵੇਗਾ ਤਾਂ ਨਾਲ ਹੀ ਅੰਧੇਰਾ ਚਲੇ ਜਾਏਗਾ। ਇਸੇ ਤਰ੍ਹਾਂ ਸਾਡੇ ਜੀਵਨ 'ਚ ਸੱਚ ਦੇ ਨਾਲ ਕਿਵੇਂ ਜੁੜਿਆ ਜਾਵੇ ਤੇ ਜਿਹੜੀ ਕੂੜ ਦੀ ਪਾਲ ਆ ਰੁਕਾਵਟ ਉਹ ਅੰਧੇਰਾ ਉਹ ਅਗਿਆਨਤਾ ਉਹ ਭਰਮ ਉਹ ਭੁਲੇਖੇ ਕਿਵੇਂ ਜਾਣ ਤੇ ਇਹਦੇ ਵਾਸਤੇ ਕੀ ਕਰਨਾ ਪਊਗਾ। ਗੁਰੂ ਸਵਾਰਿਓ ਅੰਧੇਰਾ ਕਾਹਦਾ ਸੀ? ਉਹ ਕੂੜ ਦੀ ਪਾਲ ਕਾਹਦੀ ਸੀ? ਅਗਿਆਨਤਾ ਦੀ। ਤੇ ਜਦੋਂ ਗੁਰੂ ਦਾ ਗਿਆਨ ਮਿਲ ਗਿਆ ਜਿਵੇਂ ਉਹ ਦੀਵਾ ਜਗਿਆ ਤੇਵੇਂ ਹੀ ਇੱਕ ਤੇ ਉਹ ਸੱਚ ਨਾਲ ਉਸ ਪ੍ਰਕਾਸ਼ ਹੋ ਜਾਣਾ, ਪ੍ਰਕਾਸ਼ ਨਾਲ ਜੁੜ ਜਾਣਾ। ਦੂਸਰਾ ਉਹ ਜਿਹੜਾ ਅੰਧੇਰਾ ਸੀ ਅਗਿਆਨਤਾ ਦਾ
ਉਹ ਖਤਮ ਹੋ ਜਾਣਾ। ਜਿਵੇਂ ਇੱਕ ਮਿਸਾਲ ਆਈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੀ ਗੱਲ ਨਾਲ ਹੀ ਕਰੀਏ, ਹੈ ਤਾਂ ਸਾਰੀ ਗੱਲ ਬਾਬੇ ਨਾਨਕ ਦੀ ਆ, ਭਾਵੇਂ ਦੂਜੇ ਪਾਤਸ਼ਾਹ ਜੀ ਦੇ ਰੂਪ 'ਚ ਆ, ਤੀਸਰੇ ਪਾਤਸ਼ਾਹ ਜੀ ਦੇ ਰੂਪ 'ਚ ਆ, ਸਾਰਾ ਸਿਧਾਂਤ ਬਾਬੇ ਨਾਨਕ ਦਾ ਹੀ ਆ। ਤੇ ਗੱਲ ਨੂੰ ਨਾਲ ਲੈ ਕੇ ਚੱਲੀਏ ਤਾਂ ਕਿ ਸਾਡੀ ਪਕੜ ਰਵੇ। ਕਈ ਵਾਰ ਅਸੀਂ ਸੁਣਦੇ ਸੁਣਦੇ ਕਹਿੰਦੇ ਪਤਾ ਨਹੀਂ ਬਾਬਾ ਜੀ ਕਿੱਧਰ ਨੂੰ ਚਲੇ ਗਏ, ਬਾਹਰ ਚਲੇ ਗਏ ਆਪਣੇ ਟੌਪਿਕ ਤੋਂ। ਨਹੀਂ ਭਰਾਈ, ਗੁਰਮੁਖੋ ਬਾਹਰ ਨਹੀਂ ਜਾ ਰਹੇ, ਜਰਾ ਧਿਆਨ ਦੇਣਾ, ਮੈਂ ਚੇਤਾ ਦਵਾ ਦਵਾਂ। ਸਵਾਲ ਸੀ ਸਾਡਾ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਭਾਲ, ਕਿਵੇਂ ਅੰਧੇਰਾ ਜਾਵੇ ਤੇ ਕਿਵੇਂ ਸੱਚ ਨਾਲ ਜੁੜ ਗਏ, ਪ੍ਰਕਾਸ਼ ਹੋਵੇ। ਕਿਉਂਕਿ ਉਹ ਸੱਚ ਪ੍ਰਕਾਸ਼ ਹੈ, ਉਹ ਪਰਮਾਤਮਾ ਪ੍ਰਕਾਸ਼। ਜਿਵੇਂ ਹੁਣ ਸੂਰਜ ਚੜ੍ਹਦਾ ਅੰਧੇਰ ਖਤਮ ਹੋ ਜਾਂਦਾ, ਇਸੇ ਪ੍ਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਨਾ ਕਿ ਰਾਤ ਦਾ ਅੰਧੇਰਾ ਸੀ ਅਗਿਆਨਤਾ ਦਾ, ਤੇ ਜਿਵੇਂ ਸੂਰਜ ਨਿਕਲਦਾ ਤਾਰੇ ਟਿਮਟਮਾਉਂਦੇ ਖਤਮ ਹੋ ਜਾਂਦੇ ਤੇ ਪ੍ਰਕਾਸ਼ ਹੋ ਜਾਂਦਾ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਜਿਵੇਂ ਸੂਰਜ ਨਿਕਲਦਾ ਤੇ ਪ੍ਰਕਾਸ਼ ਹੁੰਦਾ ਤੇ ਤਾਰੇ ਖਤਮ ਹੋ ਜਾਂਦੇ, ਕਿਉਂਕਿ ਅੰਧੇਰਾ ਖਤਮ ਹੋ ਜਾਂਦਾ। ਤੇ ਇਸੇ ਢੰਗ ਨਾਲ ਬਾਬੇ ਨਾਨਕ ਦਾ ਜੋ ਗਿਆਨ, ਬਾਬੇ ਨਾਨਕ ਦੀ ਜੋ ਵਿਚਾਰਧਾਰਾ ਇਸ ਸੰਸਾਰ ਤੇ ਆਈ, ਤੇ ਸਾਡੇ ਜਿਹੜੇ ਅਗਿਆਨਤਾ ਦਾ ਭਰਮ ਭੁਲੇਖਾ, ਇਹ ਕੂੜ ਦੀ ਪਾਲ, ਕੂਲ ਦੀ ਦੀਵਾਰ ਬਣ ਗਈ ਸੀ, ਪਕੜ ਹੋ ਗਈ ਸੀ, ਉਹ ਦੂਰ ਹੋ ਗਈ, ਸਮਝ ਆ ਗਈ। ਤੇ ਹੋਈ ਕਿਵੇਂ? ਇਹ ਜਰਾ ਵਿਚਾਰਨ ਵਾਲੀ ਗੱਲ ਹੈ। ਇਹ ਹੋਣੀ ਆ ਗੁਰੂ ਦੇ ਰਾਹੀਂ। ਅਸਲ 'ਚ ਗੱਲ ਗੁਰੂ ਦੇ ਰਾਹੀਂ, ਜਿਹੜੇ ਬਾਬੇ ਨਾਨਕ ਨੇ ਆ ਸਵਾਲ ਦਾ ਜਵਾਬ ਦਿੱਤਾ ਆ। ਸਵਾਲ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ, ਉਹ ਭਲਿਓ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਧੰਨ ਗੁਰੂ ਨਾਨਕ ਸਾਹਿਬ ਦੀ ਮੋਹਰ ਲਾਈ ਆ। ਕਹਿਣ ਲੱਗੇ ਹੁਕਮ ਰਜਾਈ, ਹੁਕਮ 'ਚ, ਉਹਦੀ ਰਜਾ 'ਚ, ਉਹਦੇ ਭਾਣੇ 'ਚ, ਉਹਦੇ ਅਨੁਸਾਰ। ਕਿਹਦੇ? ਗੁਰੂ ਦੇ। ਗੁਰੂ ਸਵਾਰਿਓ, ਅਸੀਂ ਵਿਛੜੇ ਆ ਪਰਮਾਤਮਾ ਨਾਲੋਂ, ਤੇ ਪਰਮਾਤਮਾ ਨਾਲ ਸਿੱਧਾ ਨਹੀਂ ਮਿਲਿਆ ਜਾਣਾ। ਪਰ ਇਹ ਸੱਚ ਹੈ। ਗੁਰੂ ਦੇ ਰੂਪ ਦੇ ਵਿੱਚ ਗੁਰੂ ਦਾ ਕੰਮ ਹੈ ਵਿਚੋਲਗਿਰੀ। ਗੁਰੂ ਦੇ ਪਰਥਾਏ, ਸਤਿਗੁਰ ਦੇ ਪਰਥਾਏ, ਗੁਰੂ ਤੇ ਸਤਿਗੁਰੂ ਫਰਕ ਹੈ। ਗੁਰੂ ਦੇ ਰਾਹੀਂ ਮੇਲ ਮਿਲਾਪ, ਗਿਆਨ ਪ੍ਰਾਪਤ ਹੁੰਦਾ, ਪਰ ਸਤਿਗੁਰ ਦੇ ਰਾਹੀਂ ਉਹ ਪਰਿਪੂਰਨ ਪਰਮਾਤਮਾ ਨਾਲ ਮੇਲ ਹੁੰਦਾ। ਗੁਰ ਗਿਆਨ, ਗੁਰੂ ਦਾ ਅਰਥ ਹੀ ਗਿਆਨ ਹੈ। ਮੈਂ ਬਰੀਕੀ ਦੇ ਨਾਲ ਥੋੜਾ ਜਿਹਾ ਡੰਗਾਈ 'ਚ ਜਾਣ ਲੱਗਾ, ਜਰਾ ਪਕੜ ਕਰਨਾ। ਗੁਰੂ ਸੰਸਕ੍ਰਿਤ ਦੀਆਂ ਦੋ ਧਾਤੂਆਂ ਤੋਂ ਬਣਿਆ, ਗੁ ਜਮਾ ਰੂ। ਗੁ ਅਗਿਆਨਤਾ, ਰੂ ਪ੍ਰਕਾਸ਼। ਉਹ ਸ਼ਕਤੀ, ਉਹ ਤਾਕਤ ਜਿਹੜੀ ਅਗਿਆਨਤਾ ਤੋਂ ਗਿਆਨ ਵੱਲ ਲੈ ਜਾਂਦੀ ਹੈ। ਭਾਵੇਂ ਉਹ ਗਿਆਨ ਸੰਸਾਰ ਦਾ ਆ ਜਾਂ ਨਿਰੰਕਾਰ ਦਾ ਆ, ਜਿਹੜਾ ਸਾਨੂੰ ਉਹ ਚੀਜ਼ ਵੱਲ ਸਿਖਾ ਰਿਹਾ ਕੰਮ ਕਰਨ ਦਾ, ਉਸੇ ਨੂੰ ਗੁਰੂ ਕਿਹਾ ਗਿਆ। ਮੈਂ ਨਿੱਕੀ ਜੀ ਮਿਸਾਲ ਦੇ ਦੇਵਾਂ। ਗੁਰੂ ਦੇ ਪਰਾਵਾਚਕ ਸ਼ਬਦ ਜਿਵੇਂ ਉਸਤਾਦ ਵੀ ਕਿਹਾ ਜਾਂਦਾ ਹੈ, ਮੁਰਸ਼ਦ ਵੀ ਕਿਹਾ ਜਾਂਦਾ ਹੈ। ਉਹਦਾ ਗੁਰੂ, ਉਹਦਾ ਮੁਰਸ਼ਦ, ਉਹਦਾ ਉਸਤਾਦ। ਅੱਜ ਸਾਨੂੰ ਦੁਨਿਆਵੀ ਤੌਰ ਤੇ ਸਕੂਲਾਂ 'ਚ ਜਦੋਂ ਪੜ੍ਹਾਈ ਪੜ੍ਹਾਉਂਦੇ ਆ ਨਾ, ਪਰ ਉਹ ਅੱਖਰੀ ਗਿਆਨ ਸਿਖਾਉਂਦੇ ਨੇ ਜਿਹੜਾ ਵਿਅਕਤੀ, ਤੇ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਉਹਨੂੰ ਗੁਰੂ ਜੀ ਕਿਹਾ ਜਾਂਦਾ। ਇਹ ਗੁਰੂ ਜੀ ਨੇ ਜੀ ਸਾਡੇ,
ਇਹ ਸਾਡੇ ਅਧਿਆਪਕ ਨੇ, ਮਾਸਟਰ ਟੀਚਰ, ਕਿਉਂਕਿ ਗਿਆਨ ਵੱਲ ਤੁਰ ਰਿਹਾ ਸਾਨੂੰ। ਉਹ ਗੁਰੂ ਦਾ ਕੰਮ ਕਰਦਾ, ਬੇਸ਼ੱਕ ਭਾਵੇਂ ਉਹ ਮਕੈਨੀਕਲ ਲਾਈਨ 'ਚ, ਤੁਸੀਂ ਸਕੂਟਰ ਦਾ ਕੰਮ, ਕਾਰ ਦਾ ਕੰਮ, ਹੁਣ ਕਾਰ ਦਾ ਇੰਜਨ ਬੰਨਣਾ, ਜਿਹੜਾ ਇਹ ਚੀਜ਼ ਨੂੰ ਜਾਣਦਾ ਉਹ ਫਿਰ ਦੱਸੇਗਾ ਅੱਗੇ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ, ਆਹ ਨਟ ਖੋਲਣਾ, ਆਹ ਚੀਜ਼ ਪਾਉਣੀ, ਆਹ ਨਹੀਂ ਪਾਉਣੀ। ਉਹ ਗਿਆਨ ਦੇ ਰਿਹਾ ਨਾ, ਤੇ ਉਸ ਮੁਕਾਮ ਤੱਕ ਪਹੁੰਚ ਜਾਂਦਾ। ਇਸੇ ਤਰ੍ਹਾਂ ਜਿਹੜੀ ਅਗਿਆਨਤਾ ਸੀ, ਉਹ ਕਾਰ ਦੇ ਬਾਰੇ ਸਾਨੂੰ ਨਹੀਂ ਸੀ ਪਤਾ, ਉਸ ਸੰਸਾਰੀ ਟੀਚਰ ਨੇ, ਗੁਰੂ ਨੇ ਉਸ ਦੇ ਬਾਰੇ ਦੱਸਿਆ। ਇਸੇ ਤਰ੍ਹਾਂ ਸਤਿਗੁਰ ਜਿਹੜਾ ਆ, ਹੁਣ ਗੁਰੂ ਤੇ ਇਹ ਹੋ ਗਿਆ ਕਿ ਜਿਹੜਾ ਅਗਿਆਨਤਾ ਤੋਂ ਅਗਿਆਨ ਵੱਲ ਲਿਜਾਵੇ, ਪਰ ਸਤਿਗੁਰੂ ਕਿਸ ਨੂੰ ਕਿਹਾ ਗਿਆ? ਬੜੀ ਵੱਡੀ ਇੱਕ ਗੱਲ ਆ, ਇੱਕ ਗੁਰੂ ਤੇ ਇੱਕ ਸਤਿਗੁਰੂ, ਫਰਕ ਆ। ਹੁਣ ਜਿਹੜਾ ਸਤਿਗੁਰੂ ਆ ਉਹ ਕੇਵਲ ਸੱਤ ਦਾ ਗਿਆਨ ਦਿੰਦਾ ਹੈ, ਸਦੀਵ ਰਹਿਣ ਵਾਲਾ। ਮਾਫ ਕਰਨਾ, ਅੱਜ ਪਹਿਲਾਂ ਕਾਰਾਂ ਮੋਟਰਾਂ ਦੀ ਹੀ ਮੈਂ ਗੱਲ ਕਹਿ ਲਵਾਂ, ਹੋਰ ਆਪਣੇ ਤਰੀਕੇ ਨਾਲ ਬਣਦੀਆਂ ਸੀ। ਅੱਜ ਉਹ ਅੱਗੇ ਤਰੀਕਾ ਬਦਲ ਗਿਆ, ਟੈਕਨੀਕਲ ਉਹ ਤਰੀਕਾ ਬਦਲ ਗਿਆ। ਅੱਜ ਕੰਪਿਊਟਰਲਾਈਜ਼ ਆ ਸਾਰਾ ਕੰਮ, ਬੜਾ ਕੁਝ ਹੋ ਰਿਹਾ ਕੰਪਿਊਟਰਲਾਈਜ਼, ਮਸ਼ੀਨਰੀ ਯੁੱਗ ਆ ਗਿਆ, ਇੰਨੀ ਲੇਬਰ ਦੀ ਲੋੜ ਹੀ ਨਹੀਂ ਪੈਂਦੀ। ਪਹਿਲਾਂ ਕੰਮ ਕਰਦੀ ਹੁੰਦੀ ਸੀ ਲੇਬਰ, ਅੱਜ ਜੇਸੀਬੀ ਆ ਗਈ ਆ, ਉਹ 100 ਬੰਦਿਆਂ ਦਾ ਕੰਮ ਉਹ ਇਕੱਲਾ ਹੀ ਕਰ ਜਾਂਦਾ। ਟੈਕਨੀਕਲ ਬਦਲ ਗਿਆ, ਭਾਵੇਂ ਉਹ ਕੰਮ ਕਰਨ ਦਾ ਵੱਲ ਦਿੱਤਾ ਸੀ, ਪਰ ਅੱਜ ਉਹ ਤਰੀਕਾ ਬਦਲਦਾ ਜਾ ਰਿਹਾ, ਬਦਲਾਵ ਹੈ। ਪਰ ਸਤਿਗੁਰੂ ਜਿਹੜਾ ਹੈ ਉਹ ਹਮੇਸ਼ਾ ਇੱਕ ਹੈ, ਉਹ ਸੱਤ ਦਾ ਗਿਆਨ ਦਿੰਦਾ। ਔਰ ਸੱਤ ਕੀ ਆ? ਪਰਮਾਤਮਾ, ਪਰਮੇਸ਼ਰ, ਵਾਹਿਗੁਰੂ, ਅੱਲਾ ਔਰ ਗॉड। ਹੁਣ ਸਤਿਗੁਰ ਤੋਂ, ਪਰਮੇਸ਼ਰ ਤੋਂ, ਉਸ ਗॉड ਤੋਂ, ਉਸ ਅੱਲਾ ਤੋਂ ਅਸੀਂ ਵਿਛੜੇ ਆ, ਕਿਉਂਕਿ ਇਹ ਜਿਹੜੀ ਜੀਵ ਆਤਮਾ ਆ ਇਹ ਉਸੇ ਦੀ ਅੰਸ਼ ਆ। ਇਸ ਨੂੰ ਸਮਝਣ ਦੀ ਲੋੜ ਆ, ਕਈ ਤੇ ਕਬੂਲ ਹੀ ਨਹੀਂ ਕਰਦੇ। ਤੇ ਕਹਿੰਦੇ ਬਾਬਾ ਸਾਹਿਬ ਜੀ ਦਾ ਪਾਵਨ ਹੁਕਮ ਅੰਮ੍ਰਿਤ ਬਾਣੀ ਦੇ ਵਿੱਚੋਂ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਰਾਮ ਦੀ ਅੰਸ਼ ਆ। ਇੰਜ ਕਹਿ ਲੋ, ਇੱਕ ਸਮੁੰਦਰ ਤੇ ਇੱਕ ਸਮੁੰਦਰ ਦੀ ਬੂੰਦ। ਹੁਣ ਕੋਈ ਕਹੇ ਸਮੁੰਦਰ ਨੂੰ ਚੱਖੋ, ਹੁਣ ਸਾਰਾ ਸਮੁੰਦਰ ਸਰੀ ਚੱਖਿਆ ਜਾਣਾ, ਤੇ ਜੇ ਉਹਦੇ ਚੋਂ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਲੈ ਲਈਏ ਔਰ ਉਸ ਬੂੰਦ ਦਾ ਸਵਾਦ ਵੇਖ ਲਈਏ ਤੇ ਸਾਰੇ ਸਮੁੰਦਰ ਦਾ ਸਵਾਦ ਵੇਖ ਲਿਆ। ਗੱਲ ਤੇ ਕੋਈ ਹੈ। ਔਰ ਇਹ ਜੀਵ ਅਸਲ 'ਚ ਉਸ ਪਰਿਪੂਰਨ ਪਰਮਾਤਮਾ ਦੀ ਹੀ ਅੰਸ਼ ਹੈ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਉਸੇ ਦੀ ਅੰਸ਼ ਆ। ਇੱਥੇ ਨਹੀਂ, ਇਸ ਮਨ ਨੂੰ ਸੰਬੋਧਨ ਕਰਦੇ ਅੰਮ੍ਰਿਤ ਬਾਣੀ ਨੇ ਇਹ ਵੀ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ। ਵਾਸਤਵਿਕ ਅਸੀਂ ਪਛਾਣਿਆ ਨਹੀਂ। ਅਜੇ ਅਮੂਮਨ ਆਮ ਲੋਕਾਂ ਦਾ ਦੀਵਾ ਹੈਗਾ, ਪਰ ਅਜੇ ਬੁਝਿਆ ਹੋਇਆ ਦੀਵਾ ਆ, ਜਗੇ ਦੀਵੇ ਨਹੀਂ ਗੇ। ਜਿਹੜਾ ਸਤਿਗੁਰ ਆ ਇਹ ਜਗਿਆ ਹੋਇਆ ਦੀਵਾ ਆ, ਕਿਉਂਕਿ ਜਾਣਦਾ ਉਸ ਚੀਜ਼ ਨੂੰ। ਹੁਣ ਇੱਥੇ ਦੋ ਤਿੰਨ ਚੀਜ਼ਾਂ ਲੈ ਕੇ ਚੱਲਣੀਆਂ ਆਪਾਂ। ਸਤਿਗੁਰ ਦੇ ਪ੍ਰਥਾਏ ਕਿ ਸਤਿਗੁਰੂ ਕਿਸ ਨੂੰ ਕਹਿੰਦੇ ਆ, ਇਹ ਵੀ ਤੇ ਸਮਝਣ ਦੀ ਲੋੜ ਆ। ਅੱਜ ਤਾਂ ਜਣਾ ਖਣਾ ਹੀ ਸਤਿਗੁਰ ਬਣਿਆ ਬੈਠਾ ਕਿ ਮੈਂ ਹੀ ਸਤਿਗੁਰੂ ਹਾਂ, ਪਰ ਸੱਚ ਜਾਣੇ ਉਹ ਸਤਿਗੁਰ ਦੇ ਬਾਰੇ ਬਿਲਕੁਲ ਨਹੀਂ ਪਤਾ। ਅਮੂਮਨ ਭਾਵੇਂ ਸਾਡੇ ਕੋਲ ਅੱਜ ਗੁੱਜੀ ਛੁੰਨੀ ਗੱਲ ਨਹੀਂ, ਗੁਰਬਾਣੀ ਹੈ, ਗੁਰਬਾਣੀ ਲੋਕ ਪੜ੍ਹਦੇ, ਔਰ ਉਸੇ ਗੁਰਬਾਣੀ ਦਾ ਹੀ ਸਹਾਰਾ ਲੈ ਕੇ ਉਹ ਆਪਣੇ ਆਪ ਤੇ ਉਹ ਚੀਜ਼ਾਂ ਟਿਕਾਉਂਦੇ ਆ। ਗੁਰੂ ਕਿਰਪਾ ਕਰੇ। ਅਸਲ ਵਿੱਚ ਉਸ ਪਰਮੇਸ਼ਰ ਸੱਤ ਦੀ ਜਿਹੜਾ ਜਾਣਕਾਰੀ ਰੱਖਦਾ, ਸਤਿਗੁਰ ਦੇ ਬਾਰੇ ਆਪਾਂ ਪਹਿਲਾਂ ਜਾਣ ਲਈਏ ਤੇ ਫਿਰ ਸਤਿਗੁਰ ਕਿਵੇਂ ਤੇ ਕੀ ਕਰਦਾ ਹੈ। ਇਹ ਕਿਵੇਂ ਕੂੜ ਦੀ ਪਾਲ ਟੁੱਟੇਗੀ ਤੇ ਕਿਵੇਂ ਸੱਚ ਦੇ ਨਾਲ ਜੁੜਾਂਗੇ। ਸਵਾਲ ਉਹ ਹੀ ਆ
ਅੱਗੇ ਉਹਦਾ ਹੱਲ ਹੋ ਰਿਹਾ। ਇਹ ਕੌਣ ਕਰ ਸਕਦਾ? ਸਚਿਆਰ ਕੌਣ ਬਣਾ ਸਕਦਾ ਸਾਨੂੰ? ਇਹ ਕੂੜ ਦੀ ਪਾਲ ਕੌਣ ਤੋੜ ਸਕਦਾ ਸਾਡੀ? ਸਾਡਾ ਅਗਿਆਨਤਾ ਕੌਣ ਮਿਟਾ ਸਕਦਾ? ਕੇਵਲ ਸਤਿਗੁਰੂ। ਹੁਣ ਸਤਿਗੁਰੂ ਕੌਣ ਹੈ? ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਸਾਡੇ ਤੇ ਇੱਥੇ ਭੁਲੇਖੇ ਹੀ ਬੜੇ ਪੈ ਗਏ ਆ ਆਦਿ ਕਾਲ ਤੋਂ ਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਵੀ 22 ਮੰਜੀਆਂ ਲੱਗ ਗਈਆਂ ਸੀ। ਸਾਰੇ ਗੁਰੂ ਤੇਗ ਬਹਾਦਰ ਬਣ ਗਏ ਸੀ, ਸਾਰੇ ਨਾਮੀ ਜੋਤੀ ਬਣ ਗਏ ਸੀ। ਜਦੋਂ ਮੱਖਣ ਸ਼ਾਹ ਸ਼ਰਧਾ ਦੀ ਭੇਟਾ ਲੈ ਕੇ ਆਇਆ ਸੱਚੇ ਪਾਤਸ਼ਾਹ ਕਿ ਕਿਰਪਾ ਕਰੋ ਮੇਰਾ ਜਹਾਜ਼ ਪਾਰ ਹੋਵੇ, ਬੇੜਾ ਪਾਰ ਹੋਵੇ, ਤੇ ਮੈਂ ਆਪਣੇ ਸ਼ਰਧਾ ਦੇ ਕੁਝ ਦਸਵੰਧ ਕੱਢ ਕੇ ਲਿਆਵਾਂਗਾ, ਤੇ ਉਹ ਮਾਇਆ ਵੇਖ ਕੇ ਕਿੰਨੇ ਗੁਰੂ ਬਣ ਗਏ। ਮਾਫ ਕਰਨਾ, ਅੱਜ ਵੀ ਇਹੋ ਗੁਰੂਆਂ ਦਾ ਹਾਲ ਹੈ। ਇੰਨੀਆਂ ਸੰਸਥਾਵਾਂ ਤਾਂ ਹੀ ਬਣ ਗਈਆਂ ਨੇ। ਨਾ ਬਾਬੇ ਨਾਨਕ ਦਾ, ਆ ਫਲਾਣੀ ਸੰਸਥਾ ਜੀ, ਆ ਫਲਾਣੀ ਸੰਸਥਾ ਜੀ। ਬਾਬੇ ਨਾਨਕ ਦੀ ਗੱਲ ਬਾਹਰ ਆ, ਸਾਡੀ ਹੁਣ ਸੰਸਥਾ ਹੀ ਵੱਡੀ ਆ। ਉਹ ਸੰਸਥਾ ਨੂੰ ਪੂਜਣ ਲੱਗ ਪਏ। ਲੜਾਈਆਂ ਸੰਸਥਾਵਾਂ ਦੀਆਂ ਚੱਲ ਗਈਆਂ ਕਿ ਸਾਡੀ ਸੰਸਥਾ ਵੱਡੀ ਆ, ਸਾਡੀ ਸੰਪਰਦਾ ਵੱਡੀ ਆ, ਜਿੱਥੇ ਵੀ ਕੋਈ ਜੁੜਿਆ ਆ। ਬਸ ਇਹੋ ਲੜਾਈਆਂ। ਜਿਹੜੇ ਬਾਬੇ ਨਾਨਕ ਦੀ ਸੱਤ ਦੀ ਗੱਲ ਸੀ ਉਹ ਪਿੱਛੇ ਰਹਿ ਗਈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਵੀ ਇਹੋ ਹੋਇਆ। ਉਹ ਤੇ ਮਾਲਕ ਦੀ ਰਹਿਮਤ ਆਪ ਵਰਤਾਈ। ਅੰਦਰ ਮੱਖਣ ਸਾਹ ਲੁਬਾਣੇ ਦੇ ਇੱਕ ਕਸਵੱਟੀ ਆ ਗਈ। ਅੱਜ ਵੀ ਗੁਰਸਿੱਖੋ ਸਾਨੂੰ ਕਸਵੱਟੀ ਪਰਖਣੀ ਚਾਹੀਦੀ ਆ ਕਿ ਵਾਕਈ ਇਹੋ ਜਿਹੇ ਹੈਗੇ ਨੇ। ਜਿਹੜੀ ਮੱਖਣ ਸ਼ਾਹ ਨੇ ਉਹ ਕਸਵੱਟੀ ਵਰਤੀ ਸੀ ਕਿ ਜਿਹੜਾ ਵਾਕਈ ਸੱਚਾ ਗੁਰੂ ਹੋ ਗਿਆ, ਸੱਚੇ ਦੇ ਤੇ ਇਹ ਆ ਕਿ ਉਹ ਸਾਡੇ ਅੰਦਰ ਦੀਆਂ ਜਾਣਦਾ। ਇਹ 'ਚ ਕੋਈ ਸ਼ੱਕ ਨਹੀਂ। ਮੈਂ ਤੁਹਾਡੇ ਤੋਂ ਕੁਝ ਲੁਕਾ ਸਕਦਾ, ਮੇਰੇ ਤੋਂ ਤੁਸੀਂ ਕੁਝ ਲੁਕਾ ਸਕਦੇ ਹੋ, ਜੋ ਅੱਜ ਲੁਕਾਉਂਦੇ ਵੀ ਆ। ਮੈਂ ਤੁਹਾਡੇ ਤੋਂ ਲੁਕਾਉਣਾ, ਤੁਸੀਂ ਮੇਰੇ ਤੋਂ ਲੁਕਾਉਂਦੇ ਕੁਝ। ਪਰ ਸੱਚ ਨਾ ਤੁਸੀਂ ਤੇ ਨਾ ਮੈਂ, ਉਸ ਪਰਮਾਤਮਾ ਸੱਚੇ ਤੋਂ ਕੋਈ ਨਹੀਂ ਜੋ ਲੁਕਾ ਸਕਦਾ। ਉਹ ਸਦ ਸੁਣਦਾ, ਸਦ ਵੇਖਦਾ। ਉਹ ਤਾਂ ਅੰਤਰਜਾਮੀ ਆ। ਉਹ ਤਾਂ ਘਟ ਘਟ ਦੀ ਜਾਣਨ ਵਾਲਾ ਕਿ ਉਹਦੇ ਤੋਂ ਲੁਕਾ ਲੋਗੇ। ਵਾਕਿਆ ਜਿਹੜਾ ਸੱਚਾ ਹੈ ਉਹ ਮੇਰੀ ਗੱਲ ਬੁੱਝ ਲਵੇਗਾ। ਇਹੋ ਹੀ ਕਸਵੱਟੀ ਲਾਈ ਸੀ ਮੱਖਣ ਸ਼ਾਹ ਨੇ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਤੇ ਆਪੇ ਕਹਿ ਦੇਵੇਗਾ ਕਿ ਹਾਂ ਬਈ ਸੱਜਣਾ ਕੀ ਗੱਲ, ਥੋੜਾ ਜਿਹਾ ਚੇਤਾ ਤੇ ਦਵਾਏਗਾ ਨਾ। ਹੁਣ ਤੇ ਭੁਲੇਖਾ ਪੈ ਗਿਆ। ਅੱਜ ਵੀ ਮਾਫ ਕਰਨਾ, ਆ ਫਲਾਣੇ ਵਾਲਾ ਡੇਰਾ ਤੇ ਆ ਢੀਂਗੜੇ ਵਾਲਾ ਡੇਰਾ ਤੇ ਆ ਫਲਾਣੇ, ਹੁਣ ਮੈਂ ਨਾਂ ਨਹੀਂ ਲੈਣਾ, ਸਾਂਝੀ ਗੱਲ। ਅਸੀਂ ਉਹ ਡੇਰਿਆਂ ਦੇ ਨਾਲ ਹੀ ਜੁੜ ਗਏ, ਬਾਬੇ ਨਾਨਕ ਨਾਲ ਜੁੜੇ ਹੀ ਨਹੀਂ। ਜੁੜਨਾ ਬਾਣੀ ਨਾ ਸੀ, ਔਰ ਬਾਣੀ ਹੀ ਇਹ ਹੋਕਾ ਦਿੰਦੀ ਆ। ਔਰ ਉੱਥੇ ਡੇਰਿਆਂ 'ਚ ਵੀ ਇਹ ਗੱਲ ਕਹੀ ਜਾਂਦੀ ਆ। ਆ ਦੇਖੋ ਜੀ, ਬਾਬਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਤੇ ਪੂਜਾ ਪ੍ਰਥਾ ਸਾਰੀ ਆਪਣੀ। ਉਹ ਸਾਡਾ ਬਾਬਾ ਫਲਾਣੇ ਵਾਲਾ, ਸਾਡਾ ਬਾਬਾ ਢੀਂਗੜੇ ਵਾਲਾ। ਬਾਣੀ ਆਪ ਕਹਿੰਦੀ ਪੁਕਾਰ ਕੇ, ਬਾਣੀ ਗੁਰੂ। ਸਾਡਾ ਗੁਰੂ ਤਾਂ ਅਸਲ 'ਚ ਬਾਣੀ ਸੀ, ਇਹ ਆਪ ਗੁਰੂ ਬਣ ਗਏ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਡਾ ਗੁਰੂ ਹੈ ਬਾਣੀ। ਅਸੀਂ ਉਹ ਬਾਣੀ ਪਿੱਛੇ ਛੱਡਤੀ ਤੇ ਬੰਦਿਆਂ ਨੂੰ ਗੁਰੂ ਬਣਾ ਲਿਆ। ਇਹੋ ਭੁਲੇਖਾ ਹੋਰ ਪੈ ਗਿਆ। ਉਹ ਦੀਵਾਰ ਹੋਰ ਮਜ਼ਬੂਤ ਹੋ ਗਈ ਆ, ਜਿਹੜੀ ਅੱਜ ਟੁੱਟਣੀ ਬੜੀ ਮੁਸ਼ਕਿਲ ਹੋ ਗਈ, ਬੜੀ ਮੁਸ਼ਕਿਲ ਹੋ ਗਈ। ਸੱਚਿਆਰ ਨਾਲ ਕਿਵੇਂ ਜੁੜੇ ਜਿੰਨਾ ਚਿਰ ਉਹ ਦੀਵਾਰ ਨਾ ਟੁੱਟੂਗੀ? ਦੀਵਾਰ ਪਾਰ ਹੋ ਕੇ ਹੀ ਤਾਂ ਜਾਇਆ ਜਾਣਾ। ਕਈ ਵਾਰ ਕੀ ਹੁੰਦਾ ਗੁਰੂ ਸਵਾਰਿਓ, ਗੁਰੂ ਦਾ ਕੰਮ ਹੁੰਦਾ ਅੱਗੇ ਲੰਘਾਉਣਾ। ਜਿਵੇਂ ਗੁਰੂ ਨੂੰ ਦੁਆਰ ਵੀ ਕਿਹਾ, ਆ ਜਿਵੇਂ ਗੁਰੂ ਘਰ ਹੈ ਨਾ, ਗੁਰੂ ਦੁਆਰ। ਅਸਲ 'ਚ ਗੁਰੂ ਜਿਹੜਾ ਹੁੰਦਾ ਉਹ ਦੁਆਰ ਦਾ ਕੰਮ ਕਰਦਾ, ਰਸਤੇ ਦਾ ਕੰਮ ਕਰਦਾ। ਭਾਈ ਇਹ ਆ ਰਸਤਾ ਆ, ਇੱਕ ਦਰਵਾਜ਼ਾ ਆ, ਇਹਦੋਂ ਪਾਰ ਕਰਕੇ ਅੱਗੇ ਉਸ ਮਾਲਕ ਨੂੰ ਜਾ ਕੇ ਮਿਲਣਾ ਜੋ। ਤੇ ਜੇ ਦੀਵਾਰ ਹੀ, ਉਹ ਦੀਵਾਰ ਜਿਹੜਾ ਆ, ਦਰਵਾਜ਼ਾ ਜਿਹੜਾ ਬੰਦ ਹੋ ਜੇ, ਦੀਵਾਰ ਬਣ ਜਾਵੇ, ਅੱਗੇ ਜਾਣ ਹੀ ਨਾ ਦਵੇ, ਤੇ ਕਿਵੇਂ ਜਾਓਗੇ ਅੱਗੇ, ਦਰਸ਼ਨ ਕਰੋਗੇ? ਖਾਸ ਕਰਕੇ ਰਹਿ ਰਾਸ ਸਾਹਿਬ, ਜਿਹਨੂੰ ਆਪਾਂ ਸੋਦਰ ਕਹਿੰਦੇ ਆ, ਸੰਧਿਆ ਵੇਲੇ ਜਦੋਂ ਪਾਠ ਕਰਦੇ ਆ ਗੁਰਮੁਖੋ, ਉਹਦੇ ਵਿੱਚ 2 ਸਬਜੈਕਟ ਨੇ। ਪਹਿਲਾ ਸੋਦਰ,
ਤੇ ਫਿਰ ਸੋ ਪੁਰਖ, ਫਿਰ ਉਹਦੇ ਦਰ ਤੱਕ, ਉਹਦੇ ਦਰ ਤੇ ਪਹੁੰਚਣਾ, ਉਹਦੇ ਦਰ ਦੀਆਂ ਗੱਲਾਂ ਬਾਤਾਂ ਨੂੰ ਜਾਚਣਾ, ਵੇਖਣਾ ਉਹਦੇ ਦਰ ਤੇ ਕੀ ਹੁੰਦਾ, ਉਸ ਦਰ ਦੇ ਰਾਹੀਂ, ਦੁਆਰ ਦੇ ਰਾਹੀਂ ਫਿਰ ਉਸ ਸੋ ਪੁਰਖ ਨੂੰ ਮਿਲਣਾ, ਉਸ ਸੱਚੇ ਨੂੰ ਮਿਲਣਾ। ਫਿਰ ਉਸ ਸੱਚੇ ਪੁਰਖ ਦੀ ਕੀ ਵਡਿਆਈ ਹੈ, ਉਹ ਅੱਗੇ ਚੱਲ ਕੇ ਆ। ਕਈ ਵਾਰਾਂ ਸਾਡਾ ਦੁਆਰ ਹੀ ਦੁਆਰ ਬਣ ਜਾਂਦਾ, ਅੱਗੇ ਜਾਣ ਹੀ ਨਹੀਂ ਦਿੰਦਾ। ਆ ਸੰਸਾਰੀ ਜਿਹੜੇ ਗੁਰੂ ਬਣੇ ਨੇ ਇਹ ਦੁਆਰ ਬਣ ਗਏ। ਸਾਡੀ ਪਕੜ ਹੀ ਇੱਥੇ ਹੋ ਗਈ, ਬਾ ਸਾਡਾ ਬਾਬਾ ਜੀ, ਸਾਡਾ ਬਾਬਾ ਜੀ, ਸਾਡਾ ਬਾਬਾ ਜੀ, ਬਸ ਬਸ ਸਾਡਾ ਹੀ ਬਾਬਾ ਜੀ ਰਹਿ ਗਿਆ। ਉਹ ਜਿਹੜਾ ਸੱਚਾ ਬਾਬਾ ਸੀ ਉਹ ਪਿੱਛੇ ਹੀ ਰਹਿ ਗਿਆ। ਉਸ ਬਾਬੇ ਤੱਕ ਤਾਂ ਅਸੀਂ ਪਹੁੰਚੇ ਹੀ ਨਹੀਂ। ਤੇ ਮੈਂ ਗੱਲ ਕਰ ਰਿਹਾ ਉਸ ਸੱਚ ਨਾਲ ਜੁੜਨਾ ਤੇ ਇਸ ਕੂੜ ਦੀ ਪਾਲ ਨੂੰ ਤੋੜਨਾ। ਤੇ ਜਿਹੜਾ ਉਸ ਸੱਚ ਨੂੰ ਜਾਣਦਾ ਹੋਵੇਗਾ ਨਾ, ਸੱਚੀ ਮੁੱਚੀ ਉਹਦਾ ਨਾਂ ਹੀ ਸਤਿਗੁਰੂ ਜੀ। ਜਿਹੜਾ ਉਸ ਸੱਚੇ ਨੂੰ ਜਾਣਦਾ ਹੋਵੇਗਾ, ਦੱਸੇਗਾ ਤਾਂ ਉਹ ਹੀ। ਦੱਸ ਨਿੱਕੀ ਜੀ ਇੱਥੋਂ ਦੀ ਮਿਸਾਲ ਦੇ ਦੇਵਾਂ। ਇੱਥੇ ਮੈਂ ਬਾਹਰੋਂ ਆਇਆ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਉੱਥੇ ਭਾਈ ਮੁਖਤਿਆਰ ਸਿੰਘ ਸੇਵਾਦਾਰ ਹੋਏਗਾ। ਮੁਖਤਿਆਰ ਸਿੰਘ ਉੱਥੇ ਬੈਠਾ ਹੈ, ਉਹਨੂੰ ਜਾ ਕੇ ਮਿਲ ਲਿਓ। ਹੁਣ ਮੈਂ ਮੁਖਤਿਆਰ ਸਿੰਘ ਨੂੰ ਵੇਖਿਆ ਨਹੀਂ, ਨਾ ਮੈਂ ਜਾਣਦਾ ਕੌਣ ਹੈ। ਉੱਥੇ ਮੈਂ ਜਾ ਕੇ ਪੁੱਛਾਂਗਾ ਕਿਸੇ ਨੂੰ ਕਿ ਭਾਈ ਮੁਖਤਿਆਰ ਸਿੰਘ ਕਿਹੜਾ। ਹੁਣ ਉੱਥੇ ਵੀ ਜਿਸ ਨੂੰ ਮੈਂ ਪੁੱਛ ਰਿਹਾ ਉਹ ਵੀ ਅਗਰ ਮੁਖਤਿਆਰ ਨੂੰ ਜਾਣਦਾ ਹੋਏਗਾ ਤੇ ਦੱਸੇਗਾ ਨਾ, ਆ ਭਾਈ ਆ ਜਿਹੜਾ ਹੈ ਨਾ, ਆ ਮੁਖਤਿਆਰ ਹੈ। ਹੁਣ ਜਿਹੜਾ ਉੱਥੇ ਵੀ ਨਹੀਂ ਜਾਣਦਾ ਤਾਂ ਮੈਨੂੰ ਦੱਸੇਗਾ ਕਿਵੇਂ। ਸੱਚੀ ਮੁੱਚੀ ਜਿਹੜਾ ਸੱਚ ਨੂੰ ਜਾਣਦਾ ਉਹੋ ਹੀ ਸਤਿਗੁਰ ਹੈ ਤੇ ਉਹੋ ਹੀ ਸਤਿਗੁਰ ਦੇ ਬਾਰੇ ਦੱਸ ਸਕਦਾ। ਅੰਮ੍ਰਿਤ ਬਾਣੀ ਤੋਂ ਪ੍ਰਮਾਣ ਲੈ ਕੇ ਤਾਂ ਆਪਾਂ ਸਮਾਪਤੀ ਵੱਲ ਜਾਈਏ ਤੇ ਗੁਰੂ ਦੀ ਵਿਸ਼ੇਸ਼ਤਾ ਕੱਲ ਦੇ ਦੀਵਾਨਾ ਚ ਆਪ ਜੀ ਦੇ ਨਾਲ ਹੋਰ ਸਾਂਝੀ ਕਰਾਂਗੇ। ਅੰਮ੍ਰਿਤ ਵਚਨ ਸੁਖਮਨੀ ਸਾਹਿਬ ਦਾ ਗੁਰਮੁਖੋ ਇਤਨੀ ਸੁਖਮਨੀ ਪੜਨ ਵਾਲਿਓ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਸਤਿਪੁਰਖ ਜਿਨ ਜਾਣਿਆ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਨਾਨਕ ਤਿਨ ਕੇ ਸੰਗ ਸਤ। ਵਾਹਿਗੁਰੂ ਕਿਰਪਾ ਕਰੇ। ਸਤਿਗੁਰ ਕਹਿੰਦੇ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਉਹਦਾ ਨਾਂ ਹੀ ਸਤਿਗੁਰਾ। ਇਸੇ ਸ਼ਬਦ ਪ੍ਰਮਾਣ ਤੇ ਹੋਰ ਵਿਚਾਰਾਂ ਸਤਿਗੁਰੂ ਕੱਲ ਦੇ ਦੀਵਾਨ ਚ ਆਪ ਕਰਵਾ ਲੈਣਗੇ। ਅੱਜ ਦੇ ਦੀਵਾਨ ਚ ਅਨੇਕਾਂ ਤਰ੍ਹਾਂ ਦੀਆਂ ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਦੇ ਸਮਰੱਥ ਹੈ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕੋ ਕਰਤਾਰ ਰੱਬ ਜੀ ਆ ਜਿਹੜਾ ਨਹੀਂ ਭੁੱਲਦਾ। ਬਾਕੀ ਗੁਰਮੁਖੋ ਸਾਰਾ ਸੰਸਾਰ ਭੁੱਲਣ ਚ ਆ। ਆਓ ਗਲਤੀਆਂ ਬੋਲਾਂ ਨੂੰ ਨਾ ਚਿਤਾਰਦਿਆਂ